ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੇਂ ਜੋ ਮਰੇ, ਪ੍ਰੇਤ ਜੂਨ ਵਲ ਵਲ ਉਤਰੇ। ਦੇਖੋ, ਇਸ ਪੰਕਤੀ ਦੀ ਜਿਹੜੀ ਗਹਿਰਾਈ ਹੈ ਨਾ, ਬਹੁਤ ਜ਼ਿਆਦਾ ਗਹਿਰੀ ਆ। ਇਹਦੇ ਵਿੱਚ ਸਾਨੂੰ ਗੁਰਬਾਣੀ ਨੇ ਦੱਸਿਆ ਹੈ ਕਿ ਮਰਨ ਦੇ ਸਮੇਂ ਅਗਰ ਕਿਸੇ ਪ੍ਰਾਣੀ ਦੇ ਮਨ ਦੇ ਵਿੱਚ ਉਸ ਦਾ ਖਿਆਲ, ਉਸ ਦੇ ਮਨ ਦਾ ਫੁਰਨਾ ਉਹਦੇ ਮਹਿਲਾਂ ਦੇ ਵਿੱਚ ਰਹਿ ਜਾਵੇ, ਉਹਦੇ ਘਰ ਦੇ ਵਿੱਚ ਰਹਿ ਜਾਵੇ, ਫਿਰ ਕਹਿੰਦੇ ਉਹ ਜਿਹੜਾ ਇਨਸਾਨ ਹੈਗਾ, ਮਰਨ ਤੋਂ ਬਾਅਦ ਉਹਦੀ ਰੂਹ ਉਹਦੀ ਘਰ ਦੀ ਚਾਰ ਦੀਵਾਰੀ ਦੇ ਵਿੱਚ ਘਿਰ ਜਾਂਦੀ ਆ। ਅਤੇ ਜਦੋਂ ਚਾਰ ਦੀਵਾਰੀ ਵਿੱਚ ਘਿਰ ਜਾਂਦੀ ਆ ਅਤੇ ਇਹੋ ਜਿਹੀ ਰੂਹ ਫਿਰ ਬਾਹਰ ਨਹੀਂ ਨਿਕਲ ਸਕਦੀ, ਅਤੇ ਇਸ ਰੂਹ ਨੂੰ ਪ੍ਰੇਤ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹੋ ਜਿਹੜੀਆਂ ਪ੍ਰੇਤਾਂ ਵਾਲੀਆਂ ਰੂਹਾਂ ਹੁੰਦੀਆਂ ਹੈਗੀਆਂ, ਜਿਸ ਘਰ ਦੇ ਉੱਤੇ ਆਪਣਾ ਕਬਜ਼ਾ ਜਮਾ ਲੈਂਦੀਆਂ, ਅਤੇ ਅਗਰ ਇਸ ਕਬਜ਼ੇ ਦੇ ਵਿੱਚ ਉਹ ਕਾਮਯਾਬ ਹੋ ਜਾਣ ਤਾਂ ਫਿਰ ਇਹ ਪ੍ਰੇਤ ਜੂਨਾਂ ਆਪਣੇ ਨਾਲ ਦੇ ਜਿਹੜੇ ਕਈ ਹੋਰ ਪ੍ਰੇਤ ਵਾ, ਉਹਨਾਂ ਨੂੰ ਵੀ ਇਸ ਘਰ ਦੇ ਵਿੱਚ ਬੁਲਾ ਲੈਂਦੀਆਂ। ਸੋ ਇਹ ਜਿਹੜਾ ਫਿਰ ਘਰ ਵਾ ਨਾ, ਫਿਰ ਸਮਾਂ ਪਾ ਕੇ ਭੂਤ ਬੰਗਲਾ ਅਖਵਾਉਂਦਾ ਹੈਗਾ। ਹੁਣ ਦੇਖੋ, ਪੁਰਾਣੇ ਸਮਿਆਂ ਦੇ ਵਿੱਚ ਇਹੋ ਜਿਹੇ ਜਿਹੜੇ ਭੂਤ ਬੰਗਲੇ ਸੀਗੇ, ਜਿਨ੍ਹਾਂ ਦੇ ਵਿੱਚ ਪ੍ਰੇਤ ਰਹਿੰਦੇ ਹੁੰਦੇ ਸੀਗੇ, ਇਹਨਾਂ ਤੋਂ ਲੋਕ ਬਹੁਤ ਹੀ ਖੌਫ ਖਾਂਦੇ ਹੁੰਦੇ ਸੀ। ਅਤੇ ਉਸ ਟਾਈਮ ਦੇ ਜਿਹੜੇ ਹਾਕਮ ਹੁੰਦੇ ਸੀ, ਰਾਜਾ ਮਹਾਰਾਜੇ ਹੁੰਦੇ ਸੀ, ਉਹ ਇਹਨਾਂ ਪ੍ਰੇਤ ਬੰਗਲਿਆਂ ਨੂੰ ਆਪਣੇ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਕਰਦੇ ਆਏ ਆ। ਜਿੰਨੇ ਵੀ ਇਹਨਾਂ ਦੇ ਦੁਸ਼ਟ ਹੁੰਦੇ ਸੀਗੇ, ਸ਼ਤਰੂ ਵੈਰੀ, ਇਹਨਾਂ ਰਾਜਿਆਂ ਦੇ ਕੋਲ ਇੱਕ ਬੜਾ ਸੌਖਾ ਤਰੀਕਾ ਹੁੰਦਾ ਸੀਗਾ ਕਿ ਅਗਰ ਕਿਸੇ ਦੁਸ਼ਟ ਸ਼ਤਰੂ ਨੂੰ ਮਾਰਨਾ ਹੋਵੇ, ਫਿਰ ਇਹ ਜਿਹੜੇ ਰਾਜੇ ਮਹਾਰਾਜੇ ਸੀਗੇ, ਇਹ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦੇ ਸੀ ਕਿ ਇਸ ਬੰਦੇ ਨੂੰ ਭੂਤ ਬੰਗਲੇ ਦੇ ਵਿੱਚ ਰਾਤ ਨੂੰ ਡੱਕ ਦਿਓ। ਸੋ ਜਦੋਂ ਉਹ ਜਿਹੜਾ ਇਨਸਾਨ ਹੁੰਦਾ ਸੀਗਾ, ਰਾਜੇ ਦਾ ਦੋਸ਼ੀ, ਉਹ ਜਦ ਇਹਨਾਂ ਰਾਤ ਨੂੰ ਭੂਤ ਬੰਗਲਿਆਂ ਦੇ ਵਿੱਚ ਡੱਕਿਆ ਜਾਂਦਾ ਸੀਗਾ, ਅਤੇ ਰਾਤ ਨੂੰ ਜਿਹੜੇ ਭੂਤ ਪ੍ਰੇਤ ਹੁੰਦੇ ਸੀਗੇ, ਇਸ ਨੂੰ ਮਾਰ ਕੇ ਅਤੇ ਇਸ ਨੂੰ ਸਦਾ ਦੀ ਨੀਂਦ ਸੁਲਾ ਦਿੰਦੇ ਹੁੰਦੇ ਸੀ। ਸੋ ਇਹ ਬੜਾ ਇੱਕ ਸੌਖਾ ਜਿਹੜਾ ਤਰੀਕਾ ਸੀਗਾ। ਰਾਜੇ ਮਹਾਰਾਜੇ ਆਪਣੇ ਰਾਜ ਦੇ ਸਮੇਂ ਦੇ ਵਿੱਚ ਇਹਨਾਂ ਭੂਤ ਬੰਗਲਿਆਂ ਨੂੰ ਆਪਣੇ ਹਥਿਆਰਾਂ ਦੇ ਤੌਰ ਦੇ ਉੱਤੇ ਇਸਤੇਮਾਲ ਕਰਦੇ ਆ ਰਹੇ ਆ। ਅਤੇ ਬਹੁਤ ਸਾਰੇ ਜਿਹੜੇ ਸ਼ਤਰੂ ਹੁੰਦੇ ਸੀ, ਇਹ ਰਾਜੇ ਮਹਾਰਾਜੇ ਇਹਨਾਂ ਭੂਤ ਬੰਗਲਿਆਂ ਦੇ ਵਿੱਚ ਆਪਣੇ ਸ਼ਤਰੂਆਂ ਵੈਰੀਆਂ ਨੂੰ ਇਹਨਾਂ ਬੰਗਲਿਆਂ ਦੇ ਵਿੱਚ ਭੇਜ ਕੇ ਇਹਨਾਂ ਨੂੰ ਸਦਾ ਲਈ ਖਤਮ ਵੀ ਕਰਾਉਂਦੇ ਆਏ ਆ। ਦੇਖੋ, ਜਿਵੇਂ ਆਪਾਂ ਇੱਕ ਇਤਿਹਾਸਕ ਪ੍ਰਮਾਣ ਦੇਖਦੇ ਹਾਂ, ਇਸ ਇਤਿਹਾਸਕ ਪ੍ਰਮਾਣ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜਦ ਦਿੱਲੀ ਗਏ ਸੀਗੇ ਸ਼ਹਾਦਤ ਦੇ ਟਾਈਮ, ਉਹਨਾਂ ਟਾਈਮਾਂ ਦੇ ਵਿੱਚ, ਅਤੇ ਜਦੋਂ ਮਹਾਰਾਜ ਨੇ ਔਰੰਗੇ ਦੀਆਂ ਜਿਹੜੀ ਜਿੰਨੀਆਂ ਸ਼ਰਤਾਂ ਸੀਗੀਆਂ, ਉਹਨਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀਗਾ, ਅਤੇ ਇਹ ਕਹਿ ਦਿੱਤਾ ਸੀਗਾ ਕਿ ਭਾਈ, ਮੈਂ ਹਿੰਦੂ ਧਰਮ ਦੀ ਰਾਖੀ ਦੇ ਵਾਸਤੇ ਅੱਜ ਮੈਦਾਨੇ ਜੰਗ ਦੇ ਵਿੱਚ ਸਭ ਤੋਂ ਮੋਹਰੀ ਹੋ ਕੇ ਆਇਆ ਹੈਗਾ। ਇਸ ਕਰਕੇ ਕੋਈ ਵੀ ਜਿਹੜੀ ਤੁਹਾਡੀ ਤਾਕਤ ਹੈਗੀ ਆ, ਕਿਸੇ ਹਿੰਦੂ ਨੂੰ ਹੁਣ ਧਰਮ ਪਰਿਵਰਤਨ ਕਰਨ ਦੇ ਵਿੱਚ ਮਜਬੂਰ ਨਹੀਂ ਕਰ ਸਕਦੀ। ਜਦ ਔਰੰਗੇ ਨੂੰ ਇਸ ਗੱਲ ਦਾ ਪਤਾ ਲੱਗਾ, ਫਿਰ ਔਰੰਗੇ ਨੇ ਜਿਹੜੀ ਸੀ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਾਰਨ ਦਾ ਸਭ ਤੋਂ ਸੌਖਾ ਤਰੀਕਾ ਇਹੋ ਹੈ ਕਿ ਇਸ ਨੂੰ ਭੂਤ ਬੰਗਲਾ ਭੇਜ ਦਿੱਤਾ ਜਾਵੇ। ਸੋ ਰਾਤ ਨੂੰ ਜਿਹੜੇ ਭੂਤ ਪ੍ਰੇਤ ਆ ਗੁਰੂ ਤੇਗ ਬਹਾਦਰ ਨੂੰ ਮਾਰ ਦੇਣਗੇ, ਅਤੇ ਫਿਰ ਆਪਣਾ ਰਾਹ ਜਿਹੜਾ ਹੈਗਾ ਉਹ ਹੋਰ ਵੀ ਪੱਧਰਾ ਹੋ ਜਾਊਗਾ, ਅਤੇ ਆਪਣੀ ਜਿਹੜੀ ਇਸਲਾਮ ਦੀ ਤਰੱਕੀ ਆ, ਜਿਸ ਦੇ ਵਾਸਤੇ ਔਰੰਗੇ ਨੇ ਜਿਹੜੇ ਦਿਨ ਰਾਤ ਇੱਕ ਕੀਤਾ ਸੀਗਾ, ਉਹਦੇ ਵਿੱਚ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਰੋੜਾ ਨਹੀਂ ਬਣਨਗੇ। ਇਹ ਸੋਚ ਕੇ ਰਾਤ ਨੂੰ ਜਿਹੜੇ ਔਰੰਗੇ ਦੇ ਸਿਪਾਹੀ ਸੀਗੇ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇੱਕ ਦਿੱਲੀ ਭੂਤ ਬੰਗਲੇ ਦੇ ਵਿੱਚ ਲੈ ਗਏ। ਜਦ ਲੈ ਕੇ ਗਏ ਤਾਂ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭੂਤ ਬੰਗਲੇ ਵਿੱਚ ਕੈਦ ਕਰਕੇ ਬਾਹਰੋਂ ਉਹਨਾਂ ਨੇ ਭੂਤ ਬੰਗਲੇ ਦਾ ਜਿੰਦਾ ਮਾਰ ਦਿੱਤਾ, ਅਤੇ ਆਪ ਕਾਫੀ ਦੂਰ ਜਾ ਕੇ ਨਾ ਉੱਥੇ ਆਲੇ ਦੁਆਲੇ ਪਹਿਰਿਆਂ 'ਤੇ ਖੜ੍ਹ ਗਏ। ਪਹਿਰਿਆਂ 'ਤੇ ਖੜ੍ਹੇ ਅਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਉਸ ਅਸਥਾਨ ਭੂਤ ਬੰਗਲੇ ਦੇ ਅੰਦਰ ਪ੍ਰਵੇਸ਼ ਕਰਕੇ ਬੈਠੇ, ਜਦ ਰਾਤ ਹੋਈ ਸੀ, ਸੋ ਉਸ ਟਾਈਮ ਉੱਥੇ ਇੱਕ ਬੜਾ ਭਾਰਾ ਪ੍ਰੇਤ ਹੁੰਦਾ ਸੀਗਾ। ਉਹ ਜਦ ਪ੍ਰੇਤ ਜਿਹੜਾ ਸੀਗਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਆਇਆ, ਅਤੇ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦਾ ਰੂਹਾਨੀਅਤ ਦਾ ਪ੍ਰਭਾਵ ਦੇਖ ਕੇ ਉਹ ਜਿਹੜਾ ਪ੍ਰੇਤ ਸੀਗਾ ਉਹ ਥਰ ਥਰ ਕੰਬਣ ਲੱਗ ਪਿਆ। ਅਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਸ ਪ੍ਰੇਤ ਨੂੰ ਪੁੱਛਿਆ, ਕਹਿੰਦੇ ਭਾਈ ਤੂੰ ਕੌਣ ਆ? ਫਿਰ ਉਹ ਪ੍ਰੇਤ ਨੇ ਆਖਿਆ ਸੀਗਾ ਕਿ ਮੈਂ ਪ੍ਰੇਤ ਹਾਂ ਅਤੇ ਇਸ ਭੂਤ ਬੰਗਲੇ ਦਾ ਮਾਲਕ ਹੈਗਾ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗਿਆ ਵੀ ਅੱਛਾ, ਤੂੰ ਇਹ ਦੱਸ ਵੀ ਤੂੰ ਪ੍ਰੇਤ ਕਿਵੇਂ ਬਣਿਆ ਹੈਗਾ। ਫਿਰ ਉਸ ਨੇ ਆਪਣੀ ਜਿਹੜੀ ਕਹਾਣੀ ਸੀ ਉਹ ਦੱਸੀ ਸੀ ਕਿ ਅਸੀਂ ਦੋ ਭਰਾ ਸੀਗੇ, ਅਤੇ ਕਹਿੰਦੇ ਮੈਂ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਸੀਗੀ, ਅਤੇ ਮਿਹਨਤ ਕਰਕੇ ਕਹਿੰਦੇ ਵੀ ਮੈਂ ਇਹ ਜਿਹੜਾ ਸਾਰਾ ਬੰਗਲਾ ਸੀਗਾ ਇਹ ਆਪਣੇ ਹੱਥੀਂ ਤਿਆਰ ਕਰਾਇਆ ਸੀਗਾ। ਪਰ ਮੇਰਾ ਜਿਹੜਾ ਦੂਸਰਾ ਭਰਾ ਸੀਗਾ, ਉਹ ਜਿਹੜਾ ਭਰਾ ਸੀ ਬੜਾ ਚੁਸਤ ਸੀਗਾ, ਕਿਉਂਕਿ ਮੈਂ ਭੋਲਾ ਸੀਗਾ, ਰੱਬ ਤੋਂ ਖੌਫ ਖਾਂਦਾ ਸੀਗਾ। ਪਰ ਦੂਸਰਾ ਭਰਾ ਬੜਾ ਚੁਸਤ ਸੀਗਾ, ਅਤੇ ਉਹਦੀ ਜਿਹੜੀ ਉਸ ਟਾਈਮ ਦੇ ਰਾਜੇ ਦੇ ਆਉਣੀ ਜਾਣੀ ਦਰਬਾਰ ਦੇ ਵਿੱਚ ਸੀਗੀ, ਇਸ ਕਰਕੇ ਉਹ ਆਪਣੀ ਜਿਹੜੀ ਥੋੜ੍ਹੀ ਬਹੁਤੀ ਜ਼ੁਰਤ ਸੀਗੀ ਰਾਜ ਦਰਬਾਰ ਦੇ ਵਿੱਚ ਰੱਖਦਾ ਸੀਗਾ।
ਉਸਨੇ ਕਹਿੰਦੇ ਵੀ ਰਾਜੇ ਦੇ ਜਿਹੜੇ ਸ਼ਾਸਕ ਦੇ ਅਧਿਕਾਰੀ ਸੀਗੇ ਉਹਨਾਂ ਅਧਿਕਾਰੀਆਂ ਦੇ ਨਾਲ ਮਿਲ ਕੇ ਕਹਿੰਦੇ ਇਸ ਭੂਤ ਬੰਗਲੇ ਦੇ ਪ੍ਰਤੀ ਆਪਣੇ ਜਿਹੜੇ ਦਾਅਵੇ ਸੀ ਕਾਗਜ਼ ਸੀਗੇ ਉਹ ਬਣਾ ਲਏ। ਅਤੇ ਜਦੋਂ ਕਹਿੰਦੇ ਦਾਅਵੇ ਕਾਗਜ਼ ਬਣਾਏ ਤਾਂ ਉਹਨੇ ਫਿਰ ਮੈਨੂੰ ਇਸ ਬੰਗਲੇ ਦੇ ਵਿੱਚੋਂ ਜਦੋਂ ਬਾਹਰ ਕੱਢਿਆ, ਕਹਿੰਦੇ ਫਿਰ ਮੈਨੂੰ ਅਸਲੀਅਤ ਦਾ ਪਤਾ ਲੱਗਾ ਕਿ ਮੇਰੇ ਭਰਾ ਨੇ ਹੀ ਮੇਰੀ ਪਿੱਠ ਦੇ ਪਿੱਛੇ ਛੁਰਾ ਮਾਰਿਆ ਹੈਗਾ ਅਤੇ ਇਸ ਬੰਗਲੇ ਦੇ ਉੱਤੇ ਆਪਣਾ ਕਬਜ਼ਾ ਜ਼ਾਹਰ ਕਰ ਦਿੱਤਾ ਕਾਗਜ਼ੀ ਤੌਰ 'ਤੇ। ਕਹਿੰਦੇ ਵੀ ਜਦੋਂ ਉਹਦਾ ਮੈਨੂੰ ਕਾਗਜ਼ ਦਿਖਾਲੇ ਮੈਂ ਹੱਕਾ ਬੱਕਾ ਹੋ ਗਿਆ ਕਿ ਇੱਕ ਮਾਂ ਦੇ ਪੇਟ ਤੋਂ ਜੰਮੇ ਭਰਾ ਕਿਵੇਂ ਇੱਕ ਦੂਸਰੇ ਦੇ ਸ਼ਤਰੂ ਹੋ ਸਕਦੇ ਆ। ਪਰ ਫਿਰ ਵੀ ਕਹਿੰਦੇ ਮੈਂ ਆਪਣੇ ਭਰਾ ਨੂੰ ਆਖਿਆ ਹੈ ਕਿ ਇਹ ਜਿਹੜਾ ਬੰਗਲਾ ਹੈਗਾ ਬੜੀ ਮੈਂ ਮਿਹਨਤ ਨਾਲ ਬਣਾਇਆ ਹੈਗਾ, ਇਸ ਕਰਕੇ ਮੈਂ ਇਹਦੇ ਵਿੱਚੋਂ ਬਾਹਰ ਨਹੀਂ ਜਾਣਾ। ਪਰ ਕਹਿੰਦੇ ਵੀ ਮੇਰੇ ਭਰਾ ਦੇ ਉੱਤੇ ਖੂਨ ਸਵਾਰ ਸੀਗਾ, ਉਹਨੇ ਕਹਿੰਦੇ ਉਸੇ ਟਾਈਮ ਮੇਰੇ 'ਤੇ ਹਮਲਾ ਬੋਲ ਦਿੱਤਾ ਆਪਣੇ ਬੰਦਿਆਂ ਦੇ ਨਾਲ ਅਤੇ ਇਸੇ ਬੰਗਲੇ ਦੇ ਵਿੱਚ ਮੇਰਾ ਕਤਲ ਕਰ ਦਿੱਤਾ ਸੀ ਅਤੇ ਮੈਨੂੰ ਮਾਰ ਦਿੱਤਾ ਸੀ। ਤਾਂ ਆਪ ਕਹਿੰਦੇ ਇਸ ਬੰਗਲੇ ਦੇ ਵਿੱਚ ਉਹ ਆਪਣੇ ਪਰਿਵਾਰ ਨੂੰ ਲੈ ਕੇ ਇੱਥੇ ਰਹਿਣ ਲੱਗ ਪਿਆ ਸੀਗਾ। ਫਿਰ ਉਸਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੱਸਿਆ ਸੀਗਾ ਕਿ ਮਰਨ ਤੋਂ ਬਾਅਦ ਜਿਹੜੀ ਮੇਰੀ ਰੂਹ ਸੀ, ਕਿਉਂਕਿ ਇਸ ਬੰਗਲੇ ਦੇ ਵਿੱਚ ਪੂਰੀ ਤਰ੍ਹਾਂ ਪਹਿਲਾਂ ਹੀ ਜਿਹੜੀ ਸੀ ਉਹ ਜਕੜੀ ਹੋਈ ਸੀ, ਇਸ ਕਰਕੇ ਕਹਿੰਦੇ ਮੈਨੂੰ ਪ੍ਰੇਤ ਦੀ ਜੂਨੀ ਨਸੀਬ ਹੋਈ। ਸੋ ਜਦੋਂ ਕਹਿੰਦੇ ਮੈਂ ਪ੍ਰੇਤ ਬਣ ਕੇ ਇਸ ਬੰਗਲੇ 'ਚ ਰਹਿਣ ਲੱਗਾ, ਫਿਰ ਕਹਿੰਦੇ ਪਹਿਲਾਂ ਤਾਂ ਮੈਂ ਜਿਹੜਾ ਸੀਗਾ ਆਪਣੇ ਜਿਹੜਾ ਭਰਾ ਤੋਂ ਬਦਲਾ ਲਿਆ ਕਿ ਇਹਨੇ ਮੈਨੂੰ ਮਾਰ ਕੇ ਇਸ ਬੰਗਲੇ 'ਤੇ ਕਬਜ਼ਾ ਕੀਤਾ ਅਤੇ ਇਹਨੂੰ ਮੈਂ ਬੰਗਲੇ 'ਚ ਵੀ ਆਪ ਵੀ ਹੁਣ ਰਹਿਣ ਨਹੀਂ ਦੇਣਾ। ਇਸ ਕਰਕੇ ਉਸ ਪ੍ਰੇਤ ਨੇ ਦੱਸਿਆ ਸੀਗਾ ਵੀ ਸਭ ਤੋਂ ਪਹਿਲਾਂ ਮੈਂ ਆਪਣੇ ਭਰਾ ਦਾ ਜਿਹੜਾ ਸਾਰਾ ਟੱਬਰ ਸੀਗਾ ਉਹ ਪ੍ਰੇਤ ਬਣ ਕੇ ਇਕੱਲੇ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਅਤੇ ਆਪਣੇ ਭਰਾ ਨੂੰ ਵੀ ਕਹਿੰਦੇ ਜਦੋਂ ਮੌਕਾ ਮਿਲਿਆ ਤਾਂ ਮੈਂ ਉਹਨੂੰ ਖਤਮ ਕੀਤਾ। ਕਹਿੰਦੇ ਖਤਮ ਕਰਨ ਤੋਂ ਬਾਅਦ ਕਹਿੰਦੇ ਵੀ ਮੇਰੇ ਮਨ ਦੀ ਸ਼ਾਂਤੀ ਜਿਹੜੀ ਸੀਗੀ ਉਹ ਪੂਰੀ ਨਹੀਂ ਹੋਈ ਅਤੇ ਫਿਰ ਕਹਿੰਦੇ ਮੈਂ ਇਸ ਬੰਗਲੇ 'ਚ ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਮੇਰੇ ਮਨ 'ਚ ਆ ਵੀ ਕੋਈ ਵੀ ਅਗਰ ਇਸ ਬੰਗਲੇ 'ਚ ਆਏਗਾ ਤਾਂ ਮੈਂ ਉਸ ਨੂੰ ਬੰਗਲੇ 'ਚ ਰਹਿਣ ਨਹੀਂ ਦਊਂਗਾ। ਇਸ ਕਰਕੇ ਜਿੰਨੇ ਵੀ ਇੱਥੇ ਬੰਦੇ ਆਉਂਦੇ ਸੀ ਜਾਂ ਰਾਜਾ ਭੇਜਦਾ ਹੁੰਦਾ ਸੀ ਸਭ ਨੂੰ ਮੈਂ ਖਤਮ ਕਰ ਦਿੰਦਾ ਹੁੰਦਾ ਸੀ। ਪਰ ਅੱਜ ਆਪ ਤੁਸੀਂ ਇਸ ਬੰਗਲੇ 'ਚ ਆਏ ਆ ਅਤੇ ਪਰ ਆਪ ਜੀ ਦਾ ਪ੍ਰਭਾਵ ਦੇਖ ਕੇ ਅਤੇ ਮੈਨੂੰ ਬਹੁਤ ਸਕੂਨ ਮਿਲਿਆ ਹੈਗਾ, ਬੜੀ ਆਨੰਦ ਮਿਲਿਆ ਹੈਗਾ, ਬਹੁਤ ਸਾਰਾ ਮੇਰੇ ਅੰਦਰ ਵਿਕਾਸ ਪੈਦਾ ਹੋਇਆ ਹੈਗਾ ਅਤੇ ਮੇਰੀ ਜਿਹੜੀ ਪ੍ਰੇਤ ਜੂਨ ਦਾ ਕ੍ਰੋਧ ਸੀਗਾ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਹੈ। ਅਤੇ ਅੱਜ ਮੈਨੂੰ ਪਤਾ ਲੱਗਾ ਕਿ ਮੈਨੂੰ ਇਸ ਪ੍ਰੇਤ ਜੂਨੀ 'ਚੋਂ ਮੁਕਤ ਕਰਨ ਵਾਸਤੇ ਆਪ ਇਸ ਅਸਥਾਨ 'ਤੇ ਆ ਕੇ ਮੇਰੀ ਗਤੀ ਕਰਨਾ ਹੈ। ਜਦ ਇੰਨੀ ਗੱਲ ਹੋਈ ਸੀ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਸੀਗੇ ਉਹ ਉਸ ਪ੍ਰੇਤ ਵੱਲ ਦੇਖ ਕੇ ਮੁਸਕਰਾਏ ਸੀ। ਅਤੇ ਫਿਰ ਉਸ ਪ੍ਰੇਤ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਛਿਆ ਸੀਗਾ ਕਿ ਤੁਸੀਂ ਮੇਰੇ ਇਸ ਅਸਥਾਨ 'ਤੇ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ। ਜਦ ਉਹਨੇ ਵਾਰ-ਵਾਰ ਬੇਨਤੀ ਕੀਤੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਉਸ ਪ੍ਰੇਤ ਨੂੰ ਕਹਿਣ ਲੱਗੇ ਕਿ ਅਗਰ ਤੂੰ ਸੇਵਾ ਹੀ ਕਰਨੀ ਆ ਅਤੇ ਇਸ ਤਰ੍ਹਾਂ ਕਰ, ਇੱਕ ਸਾਡੇ ਲਈ ਹੈ ਨਾ ਗੰਨਾ ਚੂਪਣ ਵਾਲਾ ਲੈ ਕੇ ਆ। ਫਿਰ ਉਹ ਪ੍ਰੇਤ ਦੱਸਦੇ ਆ ਕਿ ਇੱਕ ਗੰਨਾ ਜਿਹੜਾ ਸੀਗਾ ਕਿਤਿਓਂ ਆਪ ਲੈ ਕੇ ਆਇਆ ਸੀਗਾ, ਉਹਨੇ ਉਹ ਗੰਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭੇਟਾ ਕੀਤਾ ਸੀਗਾ। ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਸ ਗੰਨੇ ਦਾ ਜਦ ਇੱਕੋ ਹੀ ਛਿਲਕਾ ਚੂਪਿਆ ਸੀਗਾ ਅਤੇ ਮਹਾਰਾਜ ਨੇ ਕਿਹਾ ਸੀ ਕਹਿੰਦੇ ਭਾਈ ਇਹ ਤੂੰ ਸਾਡਾ ਸੀਤ ਪ੍ਰਸ਼ਾਦ ਜਦੋਂ ਛਕ ਲਊਂਗਾ ਤਾਂ ਤੇਰੀ ਗਤੀ ਹੋ ਜੂਗੀ। ਫਿਰ ਉਸ ਪ੍ਰੇਤ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੂਠਾ ਗੰਨੇ ਦਾ ਛਿੱਲਾ ਜਿਹੜਾ ਸੀਗਾ ਉਸ ਦਾ ਅੰਮ੍ਰਿਤ ਰਸ ਚਖਿਆ ਸੀਗਾ ਅਤੇ ਉਹਦਾ ਅੰਮ੍ਰਿਤ ਰਸ ਚਖਦਿਆਂ ਹੀ ਪ੍ਰੇਤ ਜਿਹੜਾ ਸੀਗਾ ਉਹ ਪ੍ਰੇਤ ਜੂਨੀ ਤੋਂ ਮੁਕਤ ਹੋ ਗਿਆ ਸੀਗਾ। ਅਤੇ ਆਪ ਜਿਹੜੇ ਸੀ ਉਹ ਦੇਵਤੇ ਜਿਹੜੇ ਸੀਗੇ ਉਸ ਬਕੁੰਠ ਦੇ ਉਹ ਉਸੇ ਟਾਈਮ ਪ੍ਰਗਟ ਹੋ ਗਏ ਅਤੇ ਉਸ ਪ੍ਰੇਤ ਦੀ ਮੁਕਤੀ ਕਰਕੇ ਉਸ ਨੂੰ ਫਿਰ ਬਕੁੰਠ ਲੈ ਗਏ ਸੀਗੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਸ ਪ੍ਰੇਤ ਦਾ ਆਧਾਰ ਕੀਤਾ ਸੀਗਾ। ਇਸੇ ਤਰ੍ਹਾਂ ਜਿਹੜੀ ਭਗਤਣੀ ਮੀਰਾ ਬਾਈ ਸੀਗੀ ਇਹ ਕ੍ਰਿਸ਼ਨ ਜੀ ਦੀ ਭਗਤਣੀ ਸੀਗੀ। ਇਸ ਦੇ ਨਾਲ ਵੀ ਚਿਤੌੜ ਦੇ ਰਾਜੇ ਨੇ ਜਿਹੜਾ ਸੀਗਾ ਇਸ ਤੋਂ ਬਦਲਾ ਚੁਕਾਉਣ ਵਾਸਤੇ ਇਸ ਨੂੰ ਵੀ ਇੱਥੇ ਚਿਤੌੜ ਦੇ ਅੰਦਰ ਇੱਕ ਬੜਾ ਪ੍ਰਸਿੱਧ ਪ੍ਰੇਤ ਜਿਸ ਅਸਥਾਨ 'ਤੇ ਰਹਿੰਦੇ ਹੁੰਦੇ ਸੀ ਜਿਸ ਨੂੰ ਭੂਤ ਬੰਗਲਾ ਆਖਦੇ ਸੀਗੇ, ਉੱਥੇ ਮੀਰਾ ਬਾਈ ਨੂੰ ਜਿਹੜਾ ਸੀਗਾ ਰਾਤ ਨੂੰ ਡੱਕਣ ਵਾਸਤੇ ਆਪਣੇ ਸਿਪਾਹੀਆਂ ਨੂੰ ਆਦੇਸ਼ ਦੇ ਦਿੱਤਾ ਸੀਗਾ। ਸੋ ਜਦੋਂ ਚਿਤੌੜ ਦੇ ਰਾਜੇ ਦੇ ਜਿਹੜੇ ਸਿਪਾਹੀ ਸੀਗੇ ਉਹ ਮੀਰਾ ਬਾਈ ਨੂੰ ਉਸ ਭੂਤ ਬੰਗਲੇ ਦੇ ਵਿੱਚ ਰਾਤ ਨੂੰ ਲੈ ਕੇ ਗਏ ਸੀ। ਤਾਂ ਫਿਰ ਦੇਖੋ ਮੀਰਾ ਬਾਈ ਜਿੱਥੇ ਵੀ ਜਾਂਦੀ ਸੀਗੀ ਉਹ ਇੱਕ ਕ੍ਰਿਸ਼ਨ ਭਗਵਾਨ ਦੀ ਛੋਟੀ ਜਿਹੀ ਜਿਹੜੀ ਪ੍ਰਤਿਮਾ ਸੀ ਉਹ ਆਪਣੇ ਪਾਸ ਰੱਖਦੀ ਹੁੰਦੀ ਸੀ, ਉਹ ਵੀ ਨਾਲ ਲੈ ਗਈ। ਬਾਕੀ ਹੋਰ ਪੂਜਾ ਦਾ ਜਿਹੜਾ ਥੋੜ੍ਹਾ ਬਹੁਤਾ ਸਮੱਗਰੀ ਸੀ ਉਹ ਵੀ ਲੈ ਕੇ ਗਈ। ਪਰ ਚਿਤੌੜ ਦੇ ਰਾਜੇ ਨੂੰ ਪਤਾ ਸੀਗਾ ਕਿ ਮੈਂ ਜਿੰਨੇ ਵੀ ਆਪਣੇ ਸ਼ਤਰੂ ਆ ਇਸ ਪ੍ਰੇਤ ਬੰਗਲੇ ਦੇ ਵਿੱਚ ਹੀ ਜਿਹੜੇ ਸਾਰੇ ਖਤਮ ਕੀਤੇ ਆ। ਸੋ ਇਹ ਜਿਹੜਾ ਭੂਤ ਬੰਗਲਾ ਹੈਗਾ ਇਹਦੇ ਵਿੱਚ ਹੁਣ ਮੀਰਾ ਬਾਈ ਨੂੰ ਭੇਜ ਕੇ ਇਸ ਨੂੰ ਸਦਾ ਵਾਸਤੇ ਪ੍ਰੇਤ ਖਤਮ ਕਰ ਦੇਣਗੇ ਤਾਂ ਜਿਹੜੀ ਮੀਰਾ ਹੈਗੀ ਆ ਜੋ ਹੁਣ ਮੇਰੇ ਰਾਹ ਦਾ ਰੋੜਾ ਬਣਦੀ ਹੈ ਸਦਾ ਵਾਸਤੇ ਖਤਮ ਹੋ ਜਾਊਗੀ। ਪਰ ਜਦੋਂ ਮੀਰਾ ਬਾਈ ਜਿਹੜੀ ਸੀ ਉਸ ਭੂਤ ਬੰਗਲੇ ਦੇ ਅੰਦਰ ਪਹੁੰਚੀ ਸੀਗੀ ਉਸ ਨੇ ਫਿਰ ਕੁਛ ਜਗ੍ਹਾ ਜਿਹੜੀ ਸੀਗੀ ਉਹਦੀ ਸਫਾਈ ਕਰਕੇ ਜਦੋਂ ਕ੍ਰਿਸ਼ਨ ਭਗਵਾਨ ਦੀ ਪ੍ਰਤਿਮਾ ਉਹਦੇ 'ਤੇ ਟਿਕਾਈ ਸੀ ਤਾਂ ਆਪ ਜਿਹੜੀ ਸੀ ਜਦ ਪੂਜਾ ਦੇ ਵਿੱਚ ਮਸਤ ਹੋ ਗਈ ਸੀ। ਉਸ ਟਾਈਮ ਦੱਸਦੇ ਆ ਕਿ ਉਸ ਭੂਤ ਬੰਗਲੇ ਦੇ ਅੰਦਰੋਂ ਜਦੋਂ ਪ੍ਰੇਤਾਂ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ ਸੀ ਸਾਰੇ ਪ੍ਰੇਤ ਜਿਹੜੇ ਸੀਗੇ ਉਹਨਾਂ ਨੇ ਹਿਲਜੁਲ ਸ਼ੁਰੂ ਕਰ ਦਿੱਤੀ। ਪਰ ਮੀਰਾ ਬਾਈ ਇਹਨਾਂ ਗੱਲਾਂ ਤੋਂ ਬੇਖਬਰ ਸੀ ਕਿਉਂਕਿ ਉਹ
ਕੇਵਲ ਤੇ ਕੇਵਲ ਕ੍ਰਿਸ਼ਨ ਭਗਵਾਨ ਦੀ ਭਗਤੀ ਦੇ ਵਿੱਚ ਹੀ ਰੁੱਝੀ ਰਹਿੰਦੀ ਸੀਗੀ। ਇਸ ਕਰਕੇ ਜਦੋਂ ਮੀਰਾ ਬਾਈ ਨੇ ਜਿਹੜੀ ਸੀਗੀ ਪੂਜਾ ਸ਼ੁਰੂ ਕੀਤੀ ਅਤੇ ਪੂਜਾ ਕਰਨ ਦੇ ਪਹਿਲਾਂ ਹੀ ਜਦੋਂ ਮੀਰਾ ਬਾਈ ਨੇ ਆਪਣੇ ਕੋਲ ਇੱਕ ਜਿਹੜਾ ਸ਼ੰਖ ਰੱਖਿਆ ਸੀਗਾ, ਜਦੋਂ ਸ਼ੰਖ ਵਜਾਇਆ ਸੀਗਾ ਅਤੇ ਸ਼ੰਖ ਦੇ ਵੱਜਦਿਆਂ ਹੀ ਪ੍ਰੇਤਾਂ ਦੀ ਜਿਹੜੀ ਦੁਰਗਤੀ ਸੀਗੀ ਉਹ ਪੂਰੀ ਤਰ੍ਹਾਂ ਨਾਸ਼ ਹੋ ਗਈ ਸੀ ਅਤੇ ਪ੍ਰੇਤਾਂ ਦੀ ਸੋਝੀ ਜਿਹੜੀ ਸੀ ਉਹ ਇਨਸਾਨੀਅਤ ਦੇ ਵਿੱਚ ਬਦਲ ਗਈ ਸੀ। ਫਿਰ ਦੱਸਦੇ ਆ ਉਹ ਸਾਰੇ ਜਿਹੜੇ ਪ੍ਰੇਤ ਸੀਗੇ ਫਿਰ ਇਕੱਠੇ ਹੋ ਕੇ ਮੀਰਾ ਬਾਈ ਦੇ ਸਾਹਮਣੇ ਜਿਹੜੇ ਸੀ ਪ੍ਰਤੱਖ ਹੋ ਗਏ ਸੀ। ਜਦ ਮੀਰਾ ਬਾਈ ਦੇ ਸਾਹਮਣੇ ਪ੍ਰਤੱਖ ਹੋ ਗਏ ਤਾਂ ਫਿਰ ਮੀਰਾ ਬਾਈ ਨੇ ਪੁੱਛਿਆ ਕਿ ਵੀ ਤੁਸੀਂ ਕੌਣ ਲੋਕੀ ਆ। ਫਿਰ ਉਹਨਾਂ ਪ੍ਰੇਤਾਂ ਨੇ ਦੱਸਿਆ ਸੀਗਾ ਕਿ ਅਸੀਂ ਆਪ ਜੀ ਦੇ ਹੀ ਪੂਰਵਜਵਾਂ ਅਤੇ ਅਸੀਂ ਜਿਹੜੇ ਆ ਉਹ ਸ਼ੁਰੂ ਤੋਂ ਰਾਜ ਕਰਦੇ ਆ ਰਹੇ ਹਾਂ ਅਤੇ ਸਾਡਾ ਜਿਹੜਾ ਧਿਆਨ ਹੈਗਾ ਇਹਨਾਂ ਰਾਜ ਦੀਆਂ ਗਤੀਆਂ ਵਿਧੀਆਂ ਦੇ ਵਿੱਚ ਜਿਹੜਾ ਹੈ ਹਮੇਸ਼ਾ ਲੱਗਾ ਰਹਿੰਦਾ ਹੈਗਾ। ਇਸ ਕਰਕੇ ਇਹ ਜਿਹੜਾ ਮਹਿਲ ਅਸੀਂ ਬਣਾਇਆ ਸੀਗਾ ਇਹ ਆਪਣੇ ਹੱਥੀਂ ਬਣਾਇਆ ਸੀਗਾ। ਇਸ ਕਰਕੇ ਇਸ ਮਹਿਲ ਨਾਲ ਸਾਡੀ ਇੰਨੀ ਪ੍ਰੀਤ ਸੀਗੀ ਕਿ ਅਸੀਂ ਇਸ ਨੂੰ ਛੱਡ ਨਹੀਂ ਸਕੇ। ਪਰ ਮਰਨ ਤੋਂ ਬਾਅਦ ਫਿਰ ਅਸੀਂ ਪ੍ਰੇਤ ਬਣ ਕੇ ਇਸੇ ਹੀ ਮਹਿਲ ਦੇ ਵਿੱਚ ਹੁਣ ਰਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਇੱਥੇ ਇੱਕ ਪ੍ਰੇਤ ਨਹੀਂ ਬਹੁਤ ਸਾਰੇ ਪ੍ਰੇਤ ਰਹਿੰਦੇ ਆ। ਇਹਨਾਂ ਦੇ ਵਿੱਚ ਉਹ ਕਹਿੰਦੇ ਵੀ ਸਾਡੀਆਂ ਫੌਜਾਂ ਦੇ ਜਿਹੜੇ ਵੱਡੇ ਵੱਡੇ ਜਰਨੈਲ ਵਾ ਜਾਂ ਹੋਰ ਸਿਪਾਹੀ ਆ ਉਹ ਵੀ ਸਾਡੇ ਨਾਲ ਇਸ ਭੂਤ ਬੰਗਲੇ ਦੇ ਵਿੱਚ ਰਹਿ ਰਹੇ ਆ। ਪਰ ਫਿਰ ਮੀਆਂ ਬਾਈ ਨੂੰ ਉਹਨਾਂ ਪ੍ਰੇਤਾਂ ਨੇ ਦੱਸਿਆ ਸੀਗਾ ਕਿ ਤੁਸੀਂ ਜਦੋਂ ਸ਼ੰਖ ਵਜਾਇਆ ਸੀਗਾ ਨਾ, ਇਸ ਸ਼ੰਖ ਦੀ ਧੁਨੀ ਦੇ ਨਾਲ ਸਾਡੇ ਜਿੰਨੇ ਪਾਪ ਕਰਮ ਸੀ ਸਾਰੇ ਨਸ਼ਟ ਹੋ ਗਏ ਸੀਗੇ। ਹੁਣ ਸਾਨੂੰ ਹੈ ਨਾ ਪ੍ਰੇਤ ਜੂਨੀ ਦੇ ਵਿੱਚੋਂ ਖਲਾਸੀ ਮਿਲ ਗਈ ਹੈਗੀ ਆ। ਉਸ ਤੋਂ ਬਾਅਦ ਦੱਸਦੇ ਸੀ ਕਿ ਉਹ ਜਿਹੜੇ ਸਾਰੇ ਪ੍ਰੇਤ ਉਸ ਭੂਤ ਬੰਗਲੇ ਦੇ ਵਿੱਚ ਰਹਿੰਦੇ ਸੀ, ਮੀਰਾ ਬਾਈ ਦੇ ਬਜਾਏ ਭਗਤੀ ਭਾਵ ਦੇ ਸ਼ੰਖ ਦੇ ਨਾਲ ਸਾਰੇ ਜਿਹੜੇ ਸੀਗੇ ਉਹ ਬਕੁੰਠ ਧਾਮ ਚੱਲ ਗਏ ਸੀ ਅਤੇ ਉਹਨਾਂ ਦੀ ਸਦਗਤੀ ਹੋ ਗਈ ਸੀ। ਸੋ ਇਸੇ ਤਰ੍ਹਾਂ ਇੱਕ ਸਾਧੂ ਮਹਾਤਮਾ ਜਿਹੜੇ ਸੀ ਉਹ ਵੀ ਦੱਸਦੇ ਹੁੰਦੇ ਸੀਗੇ ਕਿ ਇੱਕ ਵਾਰ ਮੈਂ ਕਹਿੰਦੇ ਵੀ ਆਪਣੀ ਯਾਤਰਾ ਦੇ ਦੌਰਾਨ ਜਦੋਂ ਗੱਡੀ 'ਚ ਸਫ਼ਰ ਕਰ ਰਿਹਾ ਸੀਗਾ ਅਤੇ ਇੱਕ ਕਹਿੰਦੇ ਰਸਤੇ ਦੇ ਵਿੱਚ ਇੱਕ ਜੰਗਲੀ ਇਲਾਕਾ ਆਇਆ ਸੀਗਾ। ਇਹ ਜਿਹੜਾ ਜੰਗਲੀ ਇਲਾਕਾ ਸੀਗਾ ਇਹ ਬਨਾਰਸ ਤੋਂ ਤਕਰੀਬਨ ਕਾਫੀ 100-150 ਕਿਲੋਮੀਟਰ 'ਤੇ ਕਹਿੰਦੇ ਪੈਂਦਾ ਹੈਗਾ। ਇਸ ਕਹਿੰਦੇ ਇਲਾਕੇ ਦੇ ਵਿੱਚ ਜਦ ਰਾਤ ਹੋਈ ਸੀ ਉੱਥੇ ਕਹਿੰਦੇ ਟ੍ਰੇਨ ਰੁਕੀ ਸੀ ਤਾਂ ਫਿਰ ਕਹਿੰਦੇ ਵੀ ਉੱਥੇ ਦੱਸਿਆ ਹੈਗਾ ਕੁਛ ਖਰਾਬੀ ਦੇ ਕਾਰਨ ਟ੍ਰੇਨ ਜਿਹੜੀ ਹੈਗੀ ਆ ਇੱਥੇ ਰਾਤ ਰੁਕੂਗੀ ਤਾਂ ਸਵੇਰੇ ਜਾਊਗੀ। ਉਸ ਤੋਂ ਬਾਅਦ ਕਹਿੰਦੇ ਫਿਰ ਸਾਰੇ ਜਿਹੜੇ ਮੁਸਾਫਰ ਸੀਗੇ ਕੁਛ ਗੱਡੀ 'ਚ ਪੈ ਗਏ। ਉਹ ਮਹਾਤਮਾ ਕਹਿਣ ਲੱਗੇ ਕਿ ਮੈਂ ਵੀ ਟ੍ਰੇਨ 'ਚ ਉਤਰ ਗਿਆ ਅਤੇ ਮੈਂ ਕੀ ਦੇਖਿਆ ਕਿ ਸਟੇਸ਼ਨ ਦੇ ਪਾਸ ਇੱਕ ਛੋਟਾ ਜਿਹਾ ਪਿੰਡ ਸੀਗਾ। ਕਹਿੰਦੇ ਵੀ ਮੇਰੇ ਮਨ 'ਚ ਆਇਆ ਚਲੋ ਭੁੱਖ ਲੱਗੀ ਆ ਜਾ ਕੇ ਇਸ ਨਗਰ ਤੋਂ ਥੋੜ੍ਹਾ ਮੰਗ ਕੇ ਛਕ ਲਈਏ। ਪਰ ਉਹ ਮਹਾਤਮਾ ਕਹਿਣ ਲੱਗੇ ਕਿ ਜਦੋਂ ਮੈਂ ਨਗਰ ਦੇ ਨਜ਼ਦੀਕ ਗਿਆ ਮੈਂ ਕੀ ਦੇਖਿਆ ਕਿ ਉੱਥੇ ਹੈ ਨਾ ਸ਼ਿਵ ਮੰਦਰ ਸੀਗਾ ਇੱਕ ਛੋਟਾ ਜਿਹਾ ਪਿੰਡ ਦਾ। ਕਹਿੰਦੇ ਵੀ ਮੈਂ ਉਸ ਸ਼ਿਵ ਮੰਦਰ ਦੇ ਅੰਦਰ ਗਿਆ ਅਤੇ ਮੈਂ ਕੀ ਦੇਖਿਆ ਕਿ ਉੱਥੇ ਇੱਕ ਪੁਜਾਰੀ ਸੀਗਾ ਅਤੇ ਉਸ ਨੇ ਪੁਜਾਰੀ ਨੇ ਆ ਕੇ ਕਹਿੰਦੇ ਜਦ ਸ਼ਾਮ ਦਾ ਟਾਈਮ ਹੋਇਆ ਥੋੜ੍ਹੀ ਬਹੁਤੀ ਆਪਣੀ ਪੂਜਾ ਕੀਤੀ। ਉਸ ਤੋਂ ਬਾਅਦ ਕਹਿੰਦੇ ਪੁਜਾਰੀ ਨੇ ਕਿਹਾ ਹੈਗਾ ਕਿ ਮੈਂ ਆਪਣੇ ਜਿਹੜਾ ਹੈ ਨਾ ਪੂਜਾ ਕਰਕੇ ਅਤੇ ਇਹ ਮੰਦਰ ਬੰਦ ਕਰਕੇ ਤਾਂ ਆਪਣੇ ਘਰ ਚਲਾ ਜਾਂਦਾ ਹੈਗਾ। ਤਾਂ ਫਿਰ ਉਸ ਪੁਜਾਰੀ ਨੇ ਮਹਾਤਮਾ ਨੂੰ ਕਿਹਾ ਕਿ ਅਗਰ ਤੁਸੀਂ ਰਾਤ ਰੁਕਣਾ ਹੈਗਾ ਤਾਂ ਸਾਹਮਣੇ ਇੱਕ ਉਹ ਛੋਟੀ ਜਿਹੀ ਹਵੇਲੀ ਹੈਗੀ ਉਹਦੇ ਉੱਪਰ ਇੱਕ ਚੁਬਾਰਾ ਹੈਗਾ ਅਤੇ ਤੁਸੀਂ ਉੱਥੇ ਜਾ ਕੇ ਆਰਾਮ ਕਰ ਸਕਦੇ ਕਿਉਂਕਿ ਇਹ ਜਿਹੜਾ ਚੁਬਾਰਾ ਆ ਹਵੇਲੀ ਆ ਛੋਟੀ ਜਿਹੀ ਇਹ ਬਿਲਕੁਲ ਖਾਲੀ ਪਈ ਆ। ਫਿਰ ਮਹਾਤਮਾ ਕਹਿਣ ਲੱਗੇ ਸੀ ਕਿ ਵੀ ਚਲੋ ਅਸੀਂ ਸਾਧੂ ਸੀਗੇ ਅਤੇ ਕਹਿੰਦੇ ਮੈਂ ਉਸ ਹਵੇਲੀ 'ਚ ਗਿਆ ਜਦ ਕੀ ਦੇਖਿਆ ਉਹਦੇ ਦਰਵਾਜ਼ੇ ਬਿਲਕੁਲ ਜਿਹੜੇ ਸੀ ਖੁੱਲ੍ਹੇ ਸੀਗੇ। ਕਹਿੰਦੇ ਮੈਂ ਉਸ ਚੁਬਾਰੇ 'ਤੇ ਚੜ੍ਹ ਗਿਆ, ਆਲੇ ਦੁਆਲੇ ਦੇਖਿਆ ਬਿਲਕੁਲ ਸ਼ਾਂਤ ਸੀ, ਖਾਲੀ ਸੀ। ਉਸ ਤੋਂ ਬਾਅਦ ਕਹਿੰਦੇ ਮੈਂ ਥੋੜ੍ਹੀ ਬਹੁਤੀ ਜਿਹੜੀ ਸਫਾਈ ਕੀਤੀ ਉਸ ਹਵੇਲੀ ਦੀ ਜਿੰਨਾ ਕਿ ਕਹਿੰਦੇ ਮੈਂ ਆਸਣ ਲਾਉਣਾ ਸੀ ਸਫਾਈ ਵਗੈਰਾ ਕਰਕੇ। ਫਿਰ ਕਹਿੰਦੇ ਕਿ ਮੈਂ ਜਿਵੇਂ ਕਹਿੰਦੇ ਸਾਨੂੰ ਮਰਜ਼ਾਦਾ ਸਾਡੇ ਗੁਰੂਆਂ ਨੇ ਸਿਖਾਈ ਆ ਵੀ ਜਿਸ ਜਗ੍ਹਾ 'ਤੇ ਵੀ ਆਸਣ ਲਾਉਣਾ ਪਹਿਲਾਂ ਆਵਾਜ਼ ਮਾਰਨੀ ਚਾਹੀਦੀ ਆ ਵੀ ਭਾਈ ਅਸੀਂ ਇਸੇ ਆਸਣ ਲਾਉਣਾ ਹੈਗਾ, ਸਾਨੂੰ ਆਗਿਆ ਹੈਗੀ ਆ। ਅਗਰ ਕੋਈ ਕਹਿੰਦੇ ਉੱਥੇ ਕੋਈ ਸ਼ਕਤੀ ਰਹਿੰਦੀ ਹੋਵੇ ਤਾਂ ਕਹਿੰਦੇ ਸਾਨੂੰ ਸਾਡਾ ਜਵਾਬ ਦੇ ਦਿੰਦੀ ਕਿ ਇਹ ਜਗ੍ਹਾ ਮੇਰੀ ਆ, ਤੁਸੀਂ ਆਸਣ ਨਾ ਲਾਵੋ। ਕਹਿੰਦੇ ਵੀ ਇਸੇ ਕਰਕੇ ਕਹਿੰਦੇ ਵੀ ਜਦੋਂ ਅਸੀਂ ਆਵਾਜ਼ ਲਾਈ ਕਿ ਅਸੀਂ ਇਸ ਜਗ੍ਹਾ 'ਤੇ ਉੱਤੇ ਰਾਤ ਰਹਿਣਾ ਹੈਗਾ, ਅਸੀਂ ਇੱਥੇ ਆਸਣ ਲਾਉਣਾ ਹੈਗਾ, ਅਗਰ ਕਿਸੇ ਨੂੰ ਕੋਈ ਇਤਰਾਜ਼ ਹੈਗਾ ਤਾਂ ਦੱਸ ਸਕਦਾ ਹੈਗਾ। ਸੋ ਸਾਧੂ ਕਹਿਣ ਲੱਗੇ ਕਿ ਜਦੋਂ ਅਸੀਂ ਉੱਚੀ ਦੇਣੀ ਆਵਾਜ਼ ਲਾਈ ਪਰ ਉਸ ਹਵੇਲੀ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਈ। ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਉਸ ਜਗ੍ਹਾ ਦੇ ਉੱਤੇ ਆਪਣਾ ਆਸਣ ਜਿਹੜਾ ਸੀਗਾ ਉਹ ਲਾ ਲਿਆ ਅਤੇ ਉੱਥੇ ਆਪਣੀ ਪਾਠ ਪੂਜਾ ਸ਼ੁਰੂ ਕਰਤੀ। ਜਦੋਂ ਕਹਿੰਦੇ ਪਾਠ ਪੂਜਾ ਸ਼ੁਰੂ ਕੀਤੀ ਅਚਨਚੇਤ ਕਹਿੰਦੇ ਜਦੋਂ ਅੱਧੀ ਰਾਤ ਹੋਈ ਤਾਂ ਕਹਿੰਦੇ ਉਸ ਹਵੇਲੀ ਦੇ ਅੰਦਰ ਕਹਿੰਦੇ ਖੜਕਾ ਹੋਣਾ ਸ਼ੁਰੂ ਹੋ ਗਿਆ। ਜਦ ਖੜਕਾ ਹੋਣਾ ਸ਼ੁਰੂ ਹੋ ਗਿਆ ਮਹਾਤਮਾ ਕਹਿਣ ਲੱਗੇ ਕਿ ਮੈਂ ਦੇਖਿਆ ਵੀ ਇਹ ਕੌਣ ਆ ਗਿਆ ਰਾਤ ਨੂੰ। ਕਰਦੇ ਕਰਦੇ ਕੀ ਦੇਖਿਆ ਇੱਕ ਅਸੁਰੀ ਸ਼ਕਤੀ ਜਿਹੜੀ ਸੀ ਕਹਿੰਦੇ ਵੀ ਉਸ ਹਵੇਲੀ ਦੇ ਅੰਦਰ ਕਹਿੰਦੇ ਉਪੱਦਰ ਜਿਹਾ ਮਚਾ ਰਹੀ ਸੀ। ਖੈਰ ਕਹਿੰਦੇ ਅਸੀਂ ਸਾਧੂ ਸੁਭਾਅ ਸੀ ਅਤੇ ਸਾਨੂੰ ਕਹਿੰਦੇ ਡਰ ਕੀ ਹੁੰਦਾ ਹੈਗਾ ਉਹ ਤਾਂ ਕਹਿੰਦੇ ਸਾਨੂੰ ਸੁਪਨੇ ਵਿੱਚ ਵੀ ਨਹੀਂ ਪਤਾ ਕਿਉਂਕਿ ਅਸੀਂ ਸਿਰਫ ਮਰ ਕੇ ਹੀ ਸਾਧੂ ਹੁੰਦੇ ਹਾਂ ਅਤੇ ਸਿਰਫ ਦੁਨੀਆ ਨੂੰ ਭਾਸਦਾ ਹੈ ਕਿ ਅਸੀਂ ਤੁਰੇ ਫਿਰਦੇ ਹਾਂ। ਅਸਲ ਦੇ ਵਿੱਚ ਅਸੀਂ ਪਹਿਲਾਂ ਮੁਰਦਾ ਬਣ ਕੇ ਫਿਰ ਪਰਮੇਸ਼ਰ ਦੀ ਭਗਤੀ ਕਰਦੇ ਹਾਂ। ਫਿਰ ਮਹਾਤਮਾ ਕਹਿਣ ਲੱਗੇ ਕਿ ਜਦੋਂ ਮੈਂ ਉਸ ਅਸੁਰੀ ਸ਼ਕਤੀ ਦੀਆਂ ਇਹਨਾਂ ਕਿਰਿਆਵਾਂ ਦਾ ਕੋਈ ਉਤਰ ਨਹੀਂ ਦਿੱਤਾ ਉਸ ਤੋਂ ਬਾਅਦ ਕਹਿੰਦੇ ਫਿਰ ਉਹ ਜਿਹੜਾ ਖੜਕਾ ਹੁੰਦਾ ਸੀਗਾ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ। ਜਦ ਸ਼ਾਂਤ ਹੋ ਗਿਆ ਫਿਰ ਕਹਿੰਦੇ ਵੀ ਅਸੀਂ ਥੋੜ੍ਹਾ ਜਿਹਾ ਜਦ ਪੂਜਾ ਤੋਂ ਵਿਹਲੇ ਹੋਏ ਤਾਂ ਫਿਰ ਕਹਿੰਦੇ ਅਸੀਂ ਆਵਾਜ਼ ਮਾਰੀ ਵੀ ਅਗਰ ਕੋਈ ਹੈ ਤਾਂ ਸਾਡੇ ਸਾਹਮਣੇ ਆਵੇ। ਕਹਿੰਦੇ ਜਦ ਇੰਨੀ ਗੱਲ ਹੋਈ ਅੱਧੀ ਰਾਤ ਦਾ ਵਕਤ ਸੀਗਾ ਇੱਕ ਵਿਅਕਤੀ
ਕਹਿੰਦੇ ਵੀ ਜਿਹੜਾ ਮਨੁੱਖਾ ਦੇਹੀ ਧਾਰਨ ਕਰਕੇ ਬਿਲਕੁਲ ਚਿੱਟੇ ਕੱਪੜਿਆਂ ਵਿੱਚ ਸਾਡੇ ਸਾਹਮਣੇ ਖੜਾ ਹੋ ਗਿਆ। ਜਦ ਸਾਹਮਣੇ ਖੜਾ ਹੋਇਆ ਕਹਿੰਦੇ ਅਸੀਂ ਉਸ ਨੂੰ ਪੁੱਛਿਆ ਵੀ ਭਾਈ ਤੂੰ ਕੌਣ ਆ? ਉਹ ਕਹਿਣ ਲੱਗਾ ਕਿ ਮੈਂ ਇਸ ਹਵੇਲੀ ਦਾ ਮਾਲਕ ਹਾਂ। ਕਹਿੰਦੇ ਮੈਂ ਕਿਹਾ ਵੀ ਅਸੀਂ ਜਦੋਂ ਆਵਾਜ਼ ਮਾਰੀ ਸੀ ਉਦੋਂ ਤਾਂ ਤੂੰ ਬੋਲਿਆ ਨਹੀਂ, ਪਰ ਤੂੰ ਹੁਣ ਕਿੱਥੋਂ ਆ ਗਿਆ? ਉਹ ਕਹਿਣ ਲੱਗਾ ਕਿ ਮੈਂ ਕਿਸੇ ਕੰਮ ਗਿਆ ਸੀ ਅਤੇ ਮੈਂ ਹੁਣ ਆਪਣਾ ਕੰਮ ਨਿਬੇੜ ਕੇ ਰਾਤ ਨੂੰ ਵਾਪਸ ਆਪਣੀ ਹਵੇਲੀ 'ਚ ਆਇਆ ਜਾਂਦਾ। ਅਸਲ ਦੇ ਵਿੱਚ ਕਹਿੰਦੇ ਵੀ ਮੈਂ ਇਨਸਾਨ ਨਹੀਂ ਹਾਂ, ਮੈਂ ਪ੍ਰੇਤ ਹੈਗਾ ਜਿਹੜਾ ਇਸ ਹਵੇਲੀ 'ਚ ਰਹਿੰਦਾ ਹੈਗਾ। ਸੋ ਕਹਿੰਦੇ ਜਦੋਂ ਨੇ ਪ੍ਰੇਤ ਕਿਹਾ, ਮਹਾਤਮਾ ਕਹਿਣ ਲੱਗੇ ਵੀ ਅਸੀਂ ਵੀ ਚੁੱਪ ਕਰ ਗਏ। ਅਸੀਂ ਉਹਨੂੰ ਕਿਹਾ ਵੀ ਠੀਕ ਆ, ਅਗਰ ਤੂੰ ਪ੍ਰੇਤ ਆ, ਤੇਰੀ ਹਵੇਲੀ ਹੈਗੀ ਆ, ਅਤੇ ਫਿਰ ਤਾਂ ਭਾਈ ਅਸੀਂ ਤੇਰੀ ਹਵੇਲੀ ਦੇ ਵਿੱਚ ਆਏ ਹਾਂ, ਅਸੀਂ ਤਾਂ ਇੱਥੇ ਕੋਈ ਕਬਜ਼ਾ ਨਹੀਂ ਕਰਨਾ, ਇੱਕ ਰਾਤ ਰੁਕਣੀ ਆ, ਕਿਉਂਕਿ ਗੱਡੀ ਰਾਤ ਦੀ ਰੁਕੀ ਆ, ਸਵੇਰੇ ਅਸੀਂ ਚਲੇ ਜਾਣਾ। ਅਤੇ ਅਗਰ ਤੂੰ ਚਾਹੁੰਦਾ ਹੈਗਾ ਕਿ ਤੂੰ ਹਵੇਲੀ ਦਾ ਮਾਲਕ ਹੈ ਤਾਂ ਅਸੀਂ ਤੇਰੇ ਮਹਿਮਾਨ ਹੈਗੇ ਹਾਂ, ਤਾਂ ਫਿਰ ਤਾਂ ਭਾਈ ਤੈਨੂੰ ਸਾਡੇ ਜਿਹੜੇ ਹਵੇਲੀ 'ਚ ਰਾਤ ਰੁਕੇ ਮਹਿਮਾਨ ਵਾ ਉਹਨਾਂ ਦੀ ਕੁਛ ਮਹਿਮਾਨਬਾਨੀ ਕਰਨੀ ਵੀ ਚਾਹੀਦੀ ਆ। ਕਹਿੰਦੇ ਵੀ ਜਦ ਅਸੀਂ ਉਸ ਨੂੰ ਇਹ ਗੱਲ ਆਖੀ ਤਾਂ ਫਿਰ ਕਹਿੰਦੇ ਪ੍ਰੇਤ ਕਹਿਣ ਲੱਗਾ ਕਿ ਦੱਸੋ ਆਪ ਨੂੰ ਕੀ ਚਾਹੀਦਾ ਹੈ? ਕਹਿੰਦੇ ਮੈਂ ਉਹਨੂੰ ਕਿਹਾ ਵੀ ਪਹਿਲਾਂ ਮੈਨੂੰ ਹੈ ਨਾ ਜਲ ਚਾਹੀਦਾ ਹੈਗਾ, ਮੈਂ ਜਲ ਛਕਣਾ ਹੈਗਾ, ਮੈਨੂੰ ਪਿਆਸ ਲੱਗੀ ਆ। ਕਹਿੰਦੇ ਵੀ ਅਸੀਂ ਤਾਂ ਜਲ ਦੀ ਗੱਲ ਕੀਤੀ ਕਿ ਇਹ ਜਿਹੜੇ ਪ੍ਰੇਤ ਆ ਜਲ ਦੇ ਨਜ਼ਦੀਕ ਨਹੀਂ ਜਾਣਗੇ। ਕਹਿੰਦੇ ਉਸ ਪ੍ਰੇਤ ਨੇ ਜਿਹੜਾ ਸੀਗਾ ਬੜੇ ਪ੍ਰੇਮ ਨਾਲ ਮੇਰੇ ਵੱਲ ਦੇਖਿਆ। ਕਹਿੰਦੇ ਵੀ ਉਹ ਗਿਆ ਇੱਕ ਬਾਲਟੀ ਜਲ ਦੀ ਲੈ ਕੇ ਕਹਿੰਦੇ ਮੇਰੇ ਸਾਹਮਣੇ ਰੱਖ ਦਿੱਤੀ। ਜਦੋਂ ਕਹਿੰਦੇ ਜਲ ਦੀ ਬਾਲਟੀ ਰੱਖੀ, ਕਹਿੰਦੇ ਅਸੀਂ ਹੈਰਾਨ ਹੋ ਗਏ ਅਤੇ ਕਹਿੰਦੇ ਮੈਂ ਉਹਨੂੰ ਪੁੱਛਿਆ ਕਿ ਵਾਕਿਆ ਹੀ ਵੀ ਤੂੰ ਪ੍ਰੇਤ ਤਾਂ ਹੈਗਾ, ਪਰ ਲੱਗਦਾ ਹੈਗਾ ਕਿ ਉਹ ਪ੍ਰੇਤ ਨਹੀਂ ਜਿਹੜਾ ਸੂਰੀ ਸ਼ਕਤੀ ਵਾਲਾ ਹੈਗਾ, ਤੂੰ ਤਾਂ ਕੋਈ ਭਗਤੀ ਭਾਵ ਵਾਲਾ ਪ੍ਰੇਤ ਹੈ। ਫਿਰ ਕਹਿੰਦਾ ਮੈਨੂੰ ਕਹਿਣ ਲੱਗਾ ਵੀ ਦਰਅਸਲ ਗੱਲ ਇਹ ਹੈਗੀ ਆ ਕਿ ਤੁਸੀਂ ਬੈਠੋ, ਮੈਂ ਤੁਹਾਨੂੰ ਥੋੜ੍ਹੀ ਜਿਹੀ ਕੁਛ ਹੋਰ ਚੀਜ਼ ਵੀ ਛਕਾਉਂਦਾ। ਫਿਰ ਕਹਿੰਦੇ ਉਸ ਪ੍ਰੇਤ ਨੇ ਸਾਨੂੰ ਇੱਕ ਪੰਜੀਰੀ ਲਿਆ ਕੇ ਦਿੱਤੀ ਅਤੇ ਮੈਨੂੰ ਕਹਿਣ ਲੱਗਿਆ ਵੀ ਤੁਸੀਂ ਆਹ ਜਿਹੜੀ ਪੰਜੀਰੀ ਇਹ ਛਕ ਲਓ। ਫਿਰ ਮਹਾਤਮਾ ਕਹਿਣ ਲੱਗੇ ਕਿ ਅਸੀਂ ਥੋੜ੍ਹੀ ਪੰਜੀਰੀ ਵੀ ਛਕੀ ਅਤੇ ਫਿਰ ਕਹਿੰਦੇ ਜਲ ਵੀ ਪੀਤਾ। ਫਿਰ ਕਹਿੰਦੇ ਅਸੀਂ ਉਸ ਪ੍ਰੇਤ ਨੂੰ ਪੁੱਛਿਆ ਸੀਗਾ ਵੀ ਤੂੰ ਪ੍ਰੇਤ ਜੂਨ ਦੇ ਵਿੱਚ ਕਿਵੇਂ ਆ ਗਿਆ ਹੈਗਾ, ਪ੍ਰੇਤ ਕਿਵੇਂ ਬਣ ਗਿਆ ਹੈਗਾ? ਕਹਿੰਦੇ ਜਦੋਂ ਅਸੀਂ ਇੰਨੀ ਗੱਲ ਪੁੱਛੀ ਸੀ ਤਾਂ ਫਿਰ ਉਹਨੇ ਦੱਸਿਆ ਸੀਗਾ ਕਿ ਦਰਅਸਲ ਗੱਲ ਇਹ ਆ ਕਿ ਮੈਂ ਅਤੇ ਸਾਡਾ ਜਿਹੜਾ ਪਰਿਵਾਰ ਸੀ ਇਸ ਘਰ ਦੇ ਵਿੱਚ ਰਹਿੰਦੇ ਸੀਗੇ, ਪਰ ਸਾਡੇ ਜਿਹੜੇ ਨਾਲ ਦੇ ਸ਼ਰੀਕ ਸੀਗੇ ਕਹਿੰਦੇ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਇਸ ਹਵੇਲੀ 'ਤੇ ਕਬਜ਼ਾ ਕੀਤਾ ਜਾਵੇ। ਕਹਿੰਦੇ ਕੀ ਹੋਇਆ, ਇੱਕ ਵਾਰ ਕਹਿੰਦੇ ਮੇਰੇ ਮਾਂ ਬਾਪ ਜਿਹੜੇ ਸੀ ਕਿਤੇ ਗਏ ਸੀ, ਮੈਂ ਇਕੱਲਾ ਸੀਗਾ। ਕਹਿੰਦੇ ਉਹਨਾਂ ਸ਼ਰੀਕਾਂ ਨੇ ਇਕੱਠੇ ਹੋ ਕੇ ਕਹਿੰਦੇ ਵੀ ਇਸ ਹਵੇਲੀ 'ਤੇ ਕਬਜ਼ਾ ਕਰਨ ਦੇ ਮਾਰਿਆਂ ਨੇ ਕਹਿੰਦੇ ਮੇਰੀ ਇਸ ਹਵੇਲੀ ਦੇ ਵਿੱਚ ਕਹਿੰਦੇ ਮੌਤ ਕਰ ਦਿੱਤੀ ਸੀਗੀ। ਕਹਿੰਦੇ ਜਦੋਂ ਮੈਨੂੰ ਇਸ ਹਵੇਲੀ 'ਚ ਮਾਰ ਦਿੱਤਾ ਸੀਗਾ ਮਾਰਨ ਤੋਂ ਬਾਅਦ, ਕਹਿੰਦੇ ਫਿਰ ਜਿਹੜੀ ਮੇਰੀ ਰੂਹ ਸੀਗੀ ਜਿਹੜੀ ਹੈ ਨਾ ਇਸੇ ਹਵੇਲੀ ਦੇ ਵਿੱਚ ਰਹਿ ਗਈ ਸੀ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਜਿਹੜੀ ਸੀ ਕਸਮ ਖਾ ਲਈ ਸੀ ਕਿ ਇਸ ਹਵੇਲੀ ਦੇ ਵਿੱਚ ਮੈਂ ਕਿਸੇ ਨੂੰ ਰਹਿਣ ਨਹੀਂ ਦੇਣਾ। ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਮੇਰੇ ਸ਼ਰੀਕ ਸੀ ਮੈਂ ਉਹ ਸ਼ਰੀਕਾਂ ਦਾ ਜਿਹੜਾ ਪਰਿਵਾਰ ਸੀਗਾ ਜਿਹੜੇ ਵੀ ਕਹਿੰਦੇ ਹਵੇਲੀ 'ਚ ਰਹਿਣਾ ਮੈਂ ਇੱਕ ਇੱਕ ਕਰਕੇ ਖ਼ਤਮ ਕਰਤੇ। ਉਸ ਤੋਂ ਬਾਅਦ ਕਹਿੰਦੇ ਵੀ ਇਹ ਜਿਹੜਾ ਘਰ ਹੈਗਾ ਇਹ ਸਦਾ ਵਾਸਤੇ ਖਾਲੀ ਹੈਗਾ। ਹੁਣ ਕਹਿੰਦੇ ਮੇਰੇ ਮਾਂ-ਬਾਪ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡਾ ਲੜਕਾ ਇਸ ਹਵੇਲੀ ਦੇ ਵਿੱਚ ਸ਼ਰੀਕਾਂ ਨੇ ਮਾਰ ਦਿੱਤਾ, ਕਹਿੰਦੇ ਉਹ ਡਰਦੇ ਮਾਰੇ ਕਹਿੰਦੇ ਵਾਪਸ ਇਸ ਘਰ ਦੇ ਵਿੱਚ ਦੁਬਾਰਾ ਨਹੀਂ ਆਏ ਅਤੇ ਕਹਿੰਦੇ ਉਹ ਕਿਤੇ ਦੂਰ ਚਲੇ ਗਏ। ਪਰ ਕਹਿੰਦੇ ਹੁਣ ਮੈਂ ਇਸ ਹਵੇਲੀ 'ਚ ਰਹਿੰਦਾ ਹੈਗਾ ਅਤੇ ਪਰ ਕਹਿੰਦੇ ਵੀ ਤੁਸੀਂ ਮਹਾਤਮਾ ਹੈਗੇ, ਅੱਜ ਕਹਿੰਦੇ ਤੁਸੀਂ ਇੱਥੇ ਆਏ ਆ ਅਤੇ ਅਗਰ ਕਹਿੰਦੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਕਹਿੰਦੇ ਤੁਸੀਂ ਹੋਰ ਦੱਸਿਓ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਅਸੀਂ ਉਸ ਨੂੰ ਆਖਿਆ ਸੀਗਾ ਵੀ ਭਾਈ ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ ਹੈਗੀ ਆ, ਹਾਂ ਅਸੀਂ ਰਾਤ ਰੁਕਣੀ ਆ ਅਤੇ ਰਾਤ ਵੀ ਸਾਡਾ ਜਿਹੜਾ ਸਾਰਾ ਭਜਨ ਸਿਮਰਨ 'ਚ ਲੰਘ ਜਾਂਦਾ, ਸਵੇਰੇ ਗੱਡੀ ਜਿਹੜੀ ਉੰਨੇ ਵਜੇ ਜਾਊਗੀ ਅਸੀਂ ਉੱਥੇ ਸਵਾਰ ਹੋ ਕੇ ਚਲੇ ਜਾਵਾਂਗੇ। ਫਿਰ ਕਹਿੰਦੇ ਪ੍ਰੇਤ ਜਿਹੜਾ ਸੀ ਨਮਸਕਾਰ ਕਰਕੇ ਇੱਕ ਪਾਸੇ ਚਲੇ ਗਿਆ। ਉਹ ਫਿਰ ਮਹਾਤਮਾ ਦੱਸਦੇ ਸੀ ਕਿ ਸਾਲ ਬਾਅਦ ਮੈਂ ਦੁਬਾਰਾ ਫਿਰ ਜਿਹੜਾ ਸੀਗਾ ਹੈ ਨਾ ਉਸ ਜਗ੍ਹਾ 'ਤੇ ਗਿਆ ਸੀ ਜਿੱਥੇ ਪ੍ਰੇਤ ਮੈਨੂੰ ਮਿਲਿਆ ਸੀ। ਪਰ ਜਦੋਂ ਕਹਿੰਦੇ ਮੈਂ ਉਸ ਦਿਨ ਰਾਤ ਹਵੇਲੀ 'ਚ ਆਇਆ ਸੀ, ਮੈਂ ਆਵਾਜ਼ਾਂ ਮਾਰੀਆਂ ਪਰ ਕਹਿੰਦੇ ਉਸ ਹਵੇਲੀ 'ਚ ਕੋਈ ਆਵਾਜ਼ ਨਹੀਂ ਆਈ। ਤਾਂ ਪਰ ਫਿਰ ਕਹਿੰਦੇ ਵੀ ਜਦ ਰਾਤ ਨੂੰ ਅਸੀਂ ਭਜਨ ਸਿਮਰਨ 'ਤੇ ਬੈਠੇ ਹਾਂ ਅਤੇ ਅਸੀਂ ਕਹਿੰਦੇ ਮਨ 'ਚ ਸੋਚਿਆ ਸੀਗਾ ਕਿ ਅਗਰ ਉਹ ਪ੍ਰੇਤ ਹਵੇਲੀ 'ਚ ਹੋਊਗਾ ਜ਼ਰੂਰ ਦੁਬਾਰਾ ਆਊਗਾ। ਪਰ ਕਹਿੰਦੇ ਵੀ ਉਹ ਸਾਰੀ ਰਾਤ ਜਿਹੜੀ ਸੀ ਕਹਿੰਦੇ ਸਾਡੇ ਉਡੀਕਣ ਤੋਂ ਬਾਅਦ ਵੀ ਪ੍ਰੇਤ ਵਾਪਸ ਨਹੀਂ ਆਇਆ। ਪਰ ਜਿੱਥੋਂ ਕਹਿੰਦੇ ਸਾਨੂੰ ਇੰਨਾ ਪਤਾ ਲੱਗਾ ਸੀਗਾ ਕਿ ਉਸ ਪ੍ਰੇਤ ਦੀ ਜਿਹੜੀ ਸੀ ਸਦਗਤੀ ਹੋ ਗਈ ਸੀ, ਕਿਉਂਕਿ ਜਿਸ ਵੀ ਜਗ੍ਹਾ ਹੈ ਨਾ ਕਿਸੇ ਮਹਾਤਮਾ ਦੇ ਚਰਨ ਪੈਣ, ਉਹ ਚਰਨਾਂ ਦੀ ਜਿਹੜੀ ਸਪਰਸ਼ਾ ਹੁੰਦੀ ਹੈ, ਜਿਹੜੀ ਸਪਰਸ਼ ਸ਼ਕਤੀ ਹੁੰਦੀ ਹੈ, ਉਹ ਸਪਰਸ਼ ਸ਼ਕਤੀ ਸਦਕਾ ਜਿਹੜੇ ਹਨ ਵੱਡੇ ਵੱਡੇ ਪ੍ਰੇਤਾਂ ਦਾ ਆਧਾਰ ਵੀ ਹੋ ਜਾਂਦਾ। ਇਸ ਕਰਕੇ ਗੁਰਬਾਣੀ ਨੇ ਆਖਿਆ ਕਿ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਾਨ ਪਾਰ ਉਤਾਰੇ। ਸੋ ਸਾਧੂ ਅਤੇ ਮਹਾਤਮਾ ਦੇ ਵਿੱਚ ਇੰਨੀ ਭਾਰੀ ਜਿਹੜੀ ਆ ਉਹ ਸ਼ਕਤੀ ਹੁੰਦੀ ਕਿਉਂਕਿ ਉਹ ਨਾਮ ਦੇ ਰੰਗ ਵਿੱਚ ਰੰਗੇ ਹੁੰਦੇ। ਇਸ ਕਰਕੇ ਵੱਡੇ ਵੱਡੇ ਪ੍ਰੇਤਾਂ ਦਾ ਆਧਾਰ ਜਿਹੜਾ ਹੈਗਾ ਨਾ ਉਹ ਆਪਣੇ ਪ੍ਰਭਾਵ ਦੇ ਨਾਲ ਹੀ ਕਰ ਦਿੰਦੇ ਜਾਂ ਮਨ ਦੇ ਫੁਰਨੇ ਦੇ ਨਾਲ ਹੀ ਕਰ ਦਿੰਦੇ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਸ ਵੀ ਜਗ੍ਹਾ ਦੇ ਉੱਤੇ ਇਹ ਭੂਤ ਬੰਗਲੇ ਹੋਏ ਆ, ਰਾਜੇ ਮਹਾਰਾਜੇ ਜਿਹੜੇ ਆ ਇਹਨਾਂ ਭੂਤ ਬੰਗਲਿਆਂ ਦਾ ਸਮੇਂ-ਸਮੇਂ ਦੇ ਵਿੱਚ ਆਪਣੇ ਦੁਸ਼ਟਾਂ ਨੂੰ ਖਤਮ ਕਰਨ ਦਾ ਉਪਯੋਗ ਕਰ ਆ ਰਹੇ ਆ। ਪਰ ਜਦੋਂ ਕੋਈ ਗੁਰੂ ਦੇ ਪਿਆਰੇ ਇਹਨਾਂ ਬੰਗਲਿਆਂ ਦੇ ਵਿੱਚ ਆ ਕੇ ਆਪਣੇ ਜਿਨ੍ਹਾਂ ਨੇ ਚਰਨ ਪਾਏ ਆ ਅਤੇ ਉਹਨਾਂ ਦੇ ਚਰਨ ਪਾਉਂਦਿਆਂ ਹੀ ਇਹਨਾਂ ਜਿਹੜੀਆਂ ਅਸੁਰੀ ਸ਼ਕਤੀਆਂ ਸੀਗੀਆਂ ਇਹਨਾਂ ਦੀ ਸਦਗਤੀ ਹੋਈ ਆ
ਤੇ ਇਹਨਾਂ ਦਾ ਸਦਾ ਵਾਸਤੇ ਉਧਾਰ ਹੋ ਗਿਆ ਹੈ। ਸੋ ਦਾਸ ਇੰਨੇ ਹੀ ਬਚਨ ਆਪ ਜੀ ਨਾਲ ਸਾਂਝੇ ਕਰਦੇ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।